आप लेहो तुम कथा सुधारी। जो यह कथा सुनै अर गावै, दुख पाप ते निकट न आवै। बिसन भगत की ये फल होई, आद ब्याद शवै सकै ना कोई। तुम्हारी शरण तुम्हारी आसा, तुम ही सज्जन सोहले। राखो राखन हार दयाला, नानक करके गोले। सुकाओ टल गुर सेविय, ऐनस सहज सुभाए। दर्शन परसिय गुरु के, जन्म मरण दुख जाय। होवै सिफतक सम्मति, नूरे अरसों कुरसों चटिया। तुद डिठे सचे पातशाह, माल जन्म जन्म दी कटिया। तुद डिठे सचे पातशाह, माल जन्म जन्म दी कटिया। सतनाम श्री वाहिगुरु साहिब जीओ। सोरठ महला पंजवा। ताप गवाया गुर पूरे, वाजे अनहद तुरे। सर्ब कल्याण प्रभ कीने, कर कृपा आप दीने। बेदन सतगुर आप गवाई, सिख संत सब सरसे होए। हर हर नाम ध्याई, ताप गवाया गुर पूरे। वाहिगुरु जी का खालसा, वाहिगुरु जी की फतेह। दीन दुनिया दे मालक, शब्दा अवतार, 10 पातशाहियां दे आत्मिक स्वरूप श्री गुरु ग्रंथ साहिब जियां दी पवित्र पावन हजूरी अंदर विराजमान हो रही गुरु की संगत, अमृत वेले तो महाराज दे दरबार विच सोहणे सुंदर दीवान सजे होए। आप संगतां ने अमृत गुरबाणी दे नितनेम उपरंत आसा दी वार गुरबाणी आप संगतां ने कीर्तन दे रूप दे विच सरवण कीती है। इस वेले आपां गुरबाणी दी कथा सरवण करन वास्ते गुरु दरबार विच एकत्रित होए हां। आओ कुछ समय लिए अपने मन का ध्यान टकाइए, भावना नाल शरधा नाल सतगुरां दे अगमी बचन सरवण करके लाहा प्राप्त करिए। मिल के आखिए सतनाम श्री वाहिगुरु साहिब जी। सतनाम श्री वाहिगुरु साहिब जीओ। सोरठ महला पंजवा। गुरु अर्जन देव महाराज जी जो पंजवें गुरु ने, गुरु नानक साहब पातशाह की गुरता गद्दी ते बैठन वाले, ये उपदेश गुरु अर्जन देव महाराज जियां दा आपां नूं प्राप्त हो रहा है। सतगुरु पातशाह गुरु हरगोबिंद पातशाह जियां नूं छोटी उम्र दे विच जिस वेले ताप चढ़िया, ताप दे नाल महाराज जियां दा शरीर ताप दे नाल दुख दे नाल जिहड़ा है कंबदा पिया है। बड़ा ये भयानक ताप जिहड़ा है शरीर नूं आके लगा। सतगुरु पातशाह गुरु अर्जन देव महाराज जियां दे चरणां विच बेनती कीती, महाराज जी कृपा करो। सतगुरां ने उस वेले अरदास बेनती संगत विच करवा के श्री हरमंदर साहिब विखे कड़ाह प्रसादियां देगां वरताइयां गईयां, अरदास बेनती की गई।
ਅਰਦਾਸ ਕਰਨ ਤੋਂ ਉਪਰੰਤ ਕੁਝ ਦਿਨਾਂ ਮਗਰੋਂ ਗੁਰੂ ਹਰਗੋਬਿੰਦ ਪਾਤਸ਼ਾਹ ਜੀਆਂ ਦਾ ਤਾਪ ਉਤਰ ਗਿਆ। ਸਰੀਰ ਨਵਾਂ ਨਰੋਇਆ ਤੰਦਰੁਸਤ ਹੋ ਗਿਆ। ਜਦੋਂ ਇਸ ਤਰ੍ਹਾਂ ਆਪਣੇ ਪੁੱਤਰ ਨੂੰ ਨਵਾਂ ਨਰੋਇਆ ਹੋਇਆ ਵੇਖਿਆ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀਆਂ ਨੇ ਉਸ ਵੇਲੇ ਇਹ ਜੋ ਸ਼ਬਦ ਹੈ ਉਹ ਬਖਸ਼ਿਸ਼ ਕੀਤਾ ਹੈ। ਤਾਪ ਗਵਾਇਆ ਗੁਰ ਪੂਰੇ। ਪਾਤਸ਼ਾਹ ਕਹਿਣ ਲੱਗੇ, ਪੂਰਿਆਂ ਗੁਰਾਂ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਅਸੀਂ ਅਰਦਾਸ ਕੀਤੀ ਹੈ ਤੇ ਪੂਰੇ ਗੁਰੂ ਨੇ ਸਾਡੀ ਅਰਦਾਸ ਨੂੰ ਸੁਣਿਆ ਹੈ। ਸੁਣ ਕਰਕੇ ਸਾਡੇ ਪੁੱਤਰ ਦਾ ਜੋ ਤਾਪ ਹੈ ਇਸ ਨੂੰ ਕਈ ਦਿਨਾਂ ਤੋਂ ਚੜ੍ਹਦਾ ਪਿਆ, ਉਹ ਤਾਪ ਸਾਰਾ ਦੂਰ ਹੋ ਗਿਆ ਹੈ। ਇਹ ਜੋ ਚੇਚਕ ਦੀ ਬਿਮਾਰੀ ਨੇ ਹਮਲਾ ਕੀਤਾ ਇਹਨਾਂ ਦੇ ਸਰੀਰ ਦੇ ਉੱਪਰ, ਸੀਤਲਾ ਨੇ, ਇਹ ਸੀਤਲਾ ਦੀ ਬਿਮਾਰੀ ਜਿਹੜੀ ਹੈ ਦੂਰ ਚਲੇ ਗਈ ਹੈ। ਉਹਦੇ ਜਾਣ ਕਰਕੇ ਤਾਪ ਵੀ ਸਾਰਾ ਉਤਰ ਗਿਆ ਹੈ। ਪਰ ਉਤਾਰਿਆ ਕਿੰਨੇ ਆ? ਪੂਰਿਆਂ ਗੁਰਾਂ ਨੇ। ਪੂਰੇ ਗੁਰੂ ਗੁਰੂ ਰਾਮਦਾਸ ਪਾਤਸ਼ਾਹ ਨੇ, ਗੁਰੂ ਨਾਨਕ ਦੇਵ ਜੀਆਂ ਨੇ ਸਾਡੀ ਬੇਨਤੀ ਨੂੰ ਸੁਣਿਆ। ਜਦੋਂ ਅਸੀਂ ਹਰਿਮੰਦਰ ਸਾਹਿਬ ਸੰਗਤ ਵਿੱਚ ਅਰਦਾਸ ਕੀਤੀ, ਸੰਗਤ ਕੋਲੋਂ ਅਰਦਾਸ ਕਰਵਾਈ, ਉਸ ਵੇਲੇ ਇਹ ਸਾਡੀ ਅਰਦਾਸ ਸੁਣੀ ਗਈ ਅਤੇ ਸਾਡੇ ਪੁੱਤਰ ਦਾ ਇਹ ਜੋ ਤਾਪ ਹੈ ਇਹ ਦੂਰ ਹੋ ਗਿਆ ਹੈ। ਇਹ ਗੁਰੂ ਅਰਜਨ ਦੇਵ ਪਾਤਸ਼ਾਹ ਫਰਮਾਉਂਦੇ ਹਨ। ਵਾਜੇ ਅਨਹਦ ਤੂਰੇ। ਇਸ ਵੇਲੇ ਖੁਸ਼ੀ ਦੇ ਵਾਜੇ ਵੱਜਦੇ ਪਏ, ਸੰਗਤਾਂ ਆ ਕੇ ਵਧਾਈ ਦਿੰਦੀਆਂ ਪਈਆਂ। ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦਾ ਪਹਿਲਾ ਵਿਆਹ ਮਾਤਾ ਰਾਮ ਕੌਰ ਜੀ ਨਾਲ ਹੋਇਆ ਸੀ। ਕੁਝ ਸਮਾਂ ਬਤੀਤ ਹੋ ਜਾਣ ਤੋਂ ਮਗਰੋਂ ਮਾਤਾ ਰਾਮ ਕੌਰ ਦੀ ਸਰੀਰ ਛੱਡ ਗਏ। ਫਿਰ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਦੂਜਾ ਵਿਆਹ ਮਾਤਾ ਗੰਗਾ ਜੀਆਂ ਦੇ ਨਾਲ ਕਰਵਾਇਆ। ਬਾਬਾ ਬੁੱਢਾ ਸਾਹਿਬ ਜੀ ਦੇ ਕਹਿਣ ਉੱਪਰ, ਮਾਤਾ ਭਾਨੀ ਜੀਆਂ ਦੇ ਕਹਿਣ ਦੇ ਉੱਪਰ ਦੂਜਾ ਵਿਆਹ ਜਿਸ ਵੇਲੇ ਮਾਤਾ ਗੰਗਾ ਜੀਆਂ ਦੇ ਨਾਲ ਹੋਇਆ ਤੇ ਕੁਝ ਸਮਾਂ ਘਰ ਦੇ ਵਿੱਚ ਸੰਤਾਨ ਦੀ ਪ੍ਰਾਪਤੀ ਨਾ ਹੋਈ ਅਤੇ ਜਦੋਂ ਕਾਫੀ ਸਾਲ ਲੰਘ ਗਏ ਫਿਰ ਬਾਬਾ ਬੁੱਢਾ ਸਾਹਿਬ ਜੀਆਂ ਨੇ ਵਰ ਦਿੱਤਾ ਅਤੇ ਪੁੱਤਰ ਦੀ ਪ੍ਰਾਪਤੀ ਗੁਰੂ ਹਰਗੋਬਿੰਦ ਮਹਾਰਾਜ ਜੀਆਂ ਦੇ ਰੂਪ ਦੇ ਵਿੱਚ ਹੋਈ ਅਤੇ ਇੰਨੇ ਲੰਮੇ ਸਮੇਂ ਬਾਅਦ ਪੁੱਤਰ ਮਿਲਿਆ। ਫਿਰ ਤਾਪ ਚੜ੍ਹ ਜਾਵੇ, ਭਿਆਨਕ ਬਿਮਾਰੀ ਆ ਕੇ ਘੇਰ ਲਵੇ ਅਤੇ ਉਸ ਤੋਂ ਮਗਰੋਂ ਤੰਦਰੁਸਤੀ ਸਤਿਗੁਰਾਂ ਨੇ ਬਖਸ਼ਿਸ਼ ਕਰ ਦਿੱਤੀ। ਮਹਾਰਾਜ ਕਹਿਣ ਲੱਗੇ, ਸੰਗਤ ਵਿੱਚ ਖੁਸ਼ੀ ਦੇ ਵਾਜੇ ਵੱਜ ਗਏ। ਸੰਗਤਾਂ ਖੁਸ਼ੀ ਮਨਾਉਣ ਲੱਗ ਪਈਆਂ। ਕੋਈ ਆ ਕੇ ਵਧਾਈ ਦਿੰਦਾ ਹੈ, ਕੋਈ ਆ ਕੇ ਅਸੀਰਵਾਦ ਦਿੰਦਾ ਹੈ, ਕੋਈ ਆ ਕੇ ਚੜ੍ਹਦੀ ਕਲਾ ਦੀ ਗੱਲਬਾਤ ਕਰਦਾ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਵਾਜੇ ਅਨਹਦ ਤੂਰੇ। ਖੁਸ਼ੀ ਦੇ ਵਾਜੇ ਜਿਹੜੇ ਨੇ ਸੰਗਤ ਵਿੱਚ ਵੱਜਦੇ ਪਏ। ਸੰਗਤਾਂ ਖੁਸ਼ੀ ਮਨਾਉਂਦੀਆਂ ਪਈਆਂ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਜੀਆਂ ਨੂੰ ਇੰਨੇ ਲੰਮੇ ਸਮੇਂ ਬਾਅਦ ਪੁੱਤਰ ਦੀ ਪ੍ਰਾਪਤੀ ਹੋਈ ਹੈ ਅਤੇ ਉਹਨਾਂ ਨੂੰ ਤੰਦਰੁਸਤੀ ਮਿਲੀ ਹੈ। ਇਹ ਸੰਗਤਾਂ ਜਿਹੜੀਆਂ ਨੇ ਵਧਾਈ ਦੇ ਰਹੀਆਂ ਹਨ। ਸਰਬ ਕਲਿਆਣ ਪ੍ਰਭ ਕੀਨੇ। ਜਿੰਨੇ ਕਲਿਆਣ ਸੁਖ ਨੇ ਨਾ ਇਹ ਭਾਈ ਸਾਰੇ ਪ੍ਰਮਾਤਮਾ ਨੇ ਦਿੱਤੇ ਨੇ, ਕਿਉਂਕਿ ਗੁਰਬਾਣੀ ਦਾ ਮਹਾਵਾਕ ਹੈ, ਸੁਖ ਤੇਰਾ ਦਿੱਤਾ ਲਹੀ ਹੈ। ਇਹ ਪਰਮਾਤਮਾ ਜੀ ਸੁਖ ਵੀ ਜੇ ਤੁਸੀਂ ਦੇਵੋ ਤੇ ਤਾਂ ਹੀ ਪ੍ਰਾਪਤ ਹੁੰਦੇ, ਕਿਉਂਕਿ ਸੁਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਇਹ ਸੁਖ ਤੇ ਦੁੱਖ ਸਰੀਰ ਦਾ ਕੱਪੜਾ ਹੈ, ਬਸਤਰ ਹੈ। ਜਿਵੇਂ ਦੇ ਕੋਈ ਕਰਮ ਕਰਦਾ, ਜੇ ਪਾਪ ਕਰਮ ਕੀਤਾ ਤੇ ਦੁੱਖ ਆ ਜਾਏਗਾ, ਪੁੰਨ ਕਰਮ ਕੀਤਾ ਤੇ ਸੁਖ ਆ ਜਾਏਗਾ। ਇਹ ਕਰਮ ਕੀਤੇ ਹੋਏ ਜਿਹੜੇ ਨੇ ਇਹ ਸੁਖ ਤੇ ਦੁੱਖ ਦਾ ਰੂਪ ਲੈ ਲੈਂਦੇ ਬਾਅਦ ਵਿੱਚ, ਪਰ ਸੁਖ ਉਹਨਾਂ ਨੂੰ ਪ੍ਰਾਪਤ ਹੋਇਆ ਜਿਨ੍ਹਾਂ ਦੇ ਉੱਪਰ ਗੁਰੂ ਕਿਰਪਾ ਕਰ ਦਿੰਦਾ, ਮਿਹਰ ਕਰ ਦਿੰਦਾ ਹੈ। ਸਰਬ ਕਲਿਆਣ ਪ੍ਰਭ ਕੀਨੇ। ਕਲਿਆਣ ਤੋਂ ਭਾਵ ਭਾਈ ਸੁਖ ਜਿਹੜੇ ਨੇ ਉਹ ਸਾਰੇ ਗੁਰੂ ਨੇ ਦਿੱਤੇ ਬਖਸ਼ਿਸ਼ ਕਰਕੇ, ਤਾਂ ਉਹ ਪ੍ਰਾਪਤ ਹੋਏ ਹਨ। ਕਰ ਕਿਰਪਾ ਆਪ ਦੀਨੇ। ਸਾਡੇ ਤੇ ਕਿਰਪਾ ਕੀਤੀ ਹੈ, ਆਪ ਹੀ ਤਰੁੱਠ ਕੇ ਨਾ ਸਾਡੇ ਤੇ ਪ੍ਰਸੰਨ ਹੋ ਕੇ ਪ੍ਰਮਾਤਮਾ ਨੇ ਸੰਗਤ ਦੀ ਸੇਵਾ ਵੇਖ ਕੇ, ਸੰਗਤ ਦੀ ਭਾਵਨਾ ਵੇਖ ਕੇ ਪ੍ਰਮਾਤਮਾ ਨੇ ਸਾਡੇ ਤੇ ਰਹਿਮਤ ਕਰਕੇ ਇਹ ਤਰੁੱਠ ਕੇ ਖੁਸ਼ ਹੋ ਕੇ ਤਰਸ ਪਿਆ ਮਿਹਰਾਮਤ ਹੋਈ, ਮੇਰੇ ਤੇ ਤਰਸ ਕੀਤਾ ਹੈ। ਇਹ ਪ੍ਰਮਾਤਮਾ ਦੀ ਸਾਡੇ ਤੇ ਭਾਰੀ ਕਿਰਪਾ ਹੋਈ ਹੈ ਅਤੇ ਖੁਸ਼ ਹੋ ਕੇ ਉਹਨਾਂ ਨੇ ਇਹ ਸਾਰੇ ਸੁੱਖ ਜਿਹੜੇ ਨੇ ਆਪ ਹੀ ਬਖਸ਼ਿਸ਼ ਕੀਤੇ ਹਨ। ਬੇਦਨ ਸਤਿਗੁਰ ਆਪ ਗਵਾਈ। ਨਾਮ ਗੁਰਮੁਖੋ ਪੀੜਾ ਦਾ ਹੈ। ਕੋਈ ਰੋਗ ਲੱਗ ਜਾਵੇ ਨਾ ਸਰੀਰ ਨੂੰ, ਰੋਗ ਦਾ ਦੁੱਖ ਤੇ ਵੱਖਰਾ, ਨਾਲ ਪੀੜਾ ਦਾ ਦੁੱਖ ਵੱਖਰਾ ਹੋਣ ਲੱਗ ਪੈਂਦਾ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਜਿਹੜੀ ਪੀੜਾ ਸੀ ਨਾ ਸਾਡੇ ਪੁੱਤਰ ਨੂੰ, ਇਹ ਸੀਤਲਾ ਬਿਮਾਰੀ ਦੀ, ਇਹ ਬੇਦਨ, ਇਹ ਪੀੜਾ ਮਹਾਰਾਜ ਨੇ ਆਪੇ ਹੀ ਗਵਾ ਦਿੱਤੀ। ਜਦੋਂ ਸਰੀਰ ਹੀ ਤੰਦਰੁਸਤ ਹੋ ਗਿਆ, ਪੀੜਾ ਕਾਹਦੀ ਰਹੇਗੀ। ਇਹ ਬੇਦਨ ਸਤਿਗੁਰ ਆਪ ਗਵਾਈ। ਇਹ ਬੇਦਨ ਜਿਹੜੀ ਪੀੜਾ ਹੈ ਨਾ ਬਿਮਾਰੀ ਦੀ, ਉਹ ਸਤਿਗੁਰਾਂ ਨੇ ਆਪ ਹੀ ਕਿਰਪਾ ਕਰਕੇ ਦੂਰ ਕਰ ਦਿੱਤੀ ਹੈ।
ਅਤੇ ਬੱਚਾ ਢਿੱਲਾ ਹੋ ਜਾਵੇ, ਬਿਮਾਰ ਹੋ ਜਾਵੇ ਤੇ ਮਾਂ-ਬਾਪ ਨੂੰ ਉਸ ਤੋਂ ਵੱਡਾ ਦੁੱਖ ਹੋ ਜਾਂਦਾ ਹੈ। ਮਾਂ-ਬਾਪ ਉਸ ਤੋਂ ਬਾਅਦ ਦੁਖੀ ਹੋ ਜਾਂਦਾ, ਪਰੇਸ਼ਾਨ ਹੋ ਜਾਂਦਾ। ਆਪਣੇ ਪੁੱਤਰ ਦਾ ਦੁੱਖ ਵੇਖ ਕੇ ਮਾਂ ਵੀ ਪੀੜ ਦੇ ਸਹਿਤ ਹੋ ਜਾਂਦੀ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸਾਡੇ ਪੁੱਤਰ ਦੇ ਚੜ੍ਹਦੀ ਕਲਾ ਵਿੱਚ ਹੋਣ ਕਰਕੇ ਇਹ ਬੇਦਨ ਸਤਿਗੁਰ ਆਪ ਗਵਾਈ। ਇਹ ਪਰਿਵਾਰ ਦੀ ਪੀੜਾ ਵੀ ਉਹਨਾਂ ਨੇ ਆਪੇ ਹੀ ਖਤਮ ਕਰ ਦਿੱਤੀ ਹੈ। ਸਾਡੇ ਪੁੱਤਰ ਦੇ ਦੁੱਖ ਦੀ ਪੀੜਾ ਵੀ ਉਸ ਪਰਮਾਤਮਾ ਨੇ ਖਤਮ ਕਰ ਦਿੱਤੀ ਹੈ। ਇਹ ਪਰਮਾਤਮਾ ਹੀ ਭਾਈ ਕਿਰਪਾ ਕਰਦਾ ਹੈ ਤੇ ਪੀੜਾ ਤੇ ਦੁੱਖ ਦੂਰ ਹੋ ਜਾਂਦੇ। ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ, ਜੇ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਹੇ। ਦੁੱਖ ਭਾਵੇਂ ਕਿਸੇ ਵੀ ਤਰ੍ਹਾਂ ਦਾ ਦੁੱਖ, ਨਾਮ ਇਹ ਦੁੱਖ ਦਾ ਦੁਖੀ ਹੋਣ ਦਾ ਦੁੱਖ ਨਾਮ ਹੀ ਮਾੜੀ ਬਿਮਾਰੀ ਦਾ ਹੈ। ਸਤਿਗੁਰੂ ਪਾਤਸ਼ਾਹ ਕਿਰਪਾ ਕਰ ਦਿੰਦੇ, ਸਮੂਹ ਦੁੱਖਾਂ ਨੂੰ ਮਾਰ ਕੇ ਪਰੇ ਦੂਰ ਕਰ ਦਿੰਦੇ ਹਨ। ਸਿੱਖ ਸੰਤ ਸਭ ਸਰਸੇ ਹੋਏ, ਹਰ ਹਰ ਨਾਮ ਧਿਆਈ। ਭਾਈ ਜਿਨ੍ਹਾਂ ਨੇ ਹਰੀ ਹਰ ਦਾ ਨਾਮ ਧਿਆਉਣਾ ਕੀਤਾ ਹੈ ਨਾ, ਪਰਮੇਸ਼ਰ ਦਾ ਨਾਮ ਜਿਹੜੇ ਧਿਆਉਂਦੇ ਨੇ, ਸਾਡਾ ਇਹ ਸਵਾਲ ਹੋ ਜਾਂਦਾ ਵੀ ਨਾਮ ਜਪਣ ਵਾਲਿਆਂ ਨੂੰ ਕੀ ਮਿਲਦਾ ਹੈ। ਅਸੀਂ ਦੁਨੀਆ ਦੀ ਵਸਤੂ ਵੱਲ ਧਿਆਨ ਰੱਖਦੇ ਹਾਂ, ਫਲਾਣੇ ਬੰਦੇ ਨੇ ਇੰਨੇ ਪਾਠ ਕੀਤੇ, ਉਹਨੂੰ ਕੀ ਮਿਲਿਆ, ਦੁਨੀਆ ਦਾ ਪਦਾਰਥ ਕੀ ਮਿਲਿਆ। ਸਾਡੀ ਸੋਚ ਬਿਰਤੀ ਕੁਝ ਇਸ ਤਰ੍ਹਾਂ ਦੀ ਹੈ, ਬਾਣੀ ਪੜ੍ਹੀ ਹੈ, ਨਾਮ ਜਪਿਆ, ਸਿਮਰਨ ਕੀਤਾ, ਚੰਗਾ ਕਰਮ ਕੀਤਾ, ਫਿਰ ਅਸੀਂ ਸੋਚਦੇ ਵੀ ਇਹਨੂੰ ਮਿਲਿਆ ਕੀ ਹੈ। ਪਾਤਸ਼ਾਹ ਕਹਿਣ ਲੱਗੇ ਹਰ ਹਰ ਨਾਮ ਧਿਆਈ। ਜਿਨ੍ਹਾਂ ਨੇ ਹਰੀ ਹਰ ਪਰਮੇਸ਼ਰ ਦਾ ਨਾਮ ਧਿਆਇਆ ਨਾ ਸਿੱਖਾਂ ਨੇ, ਜਾਂ ਜਿਹੜੇ ਨਾਮ ਧਿਆ ਕੇ ਸੰਤ ਬਣ ਗਏ, ਸਾਧੂ ਬਣ ਗਏ, ਤੇ ਪਾਤਸ਼ਾਹ ਕਹਿਣ ਲੱਗੇ ਸੋ ਸਿੱਖ ਸੰਤ ਸਭ ਸਰਸੇ ਹੋਏ। ਸਰਸੇ ਤੋਂ ਭਾਵ ਆਨੰਦ ਦੇ ਸਮੇਤ ਹੋ ਜਾਣਾ। ਸੋ ਇਹ ਸਿੱਖ ਤੇ ਸੰਤ ਸਾਰੇ ਆਨੰਦ ਦੇ ਸਮੇਤ ਹੋ ਗਏ, ਆਨੰਦ ਹੀ ਆ ਗਿਆ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਇਹ ਦੁਨੀਆ ਦੇ ਪਦਾਰਥ ਦਾ ਆਨੰਦ ਕੋਈ ਬਹੁਤਾ ਸਮਾਂ ਰਹਿੰਦਾ ਨਹੀਂ ਹੈ, ਮੁੱਕ ਜਾਂਦਾ ਹੈ। ਪਰ ਪ੍ਰਮਾਤਮਾ ਦੇ ਨਾਮ ਦਾ ਰਸ ਜਿਨ੍ਹਾਂ ਨੂੰ ਆਇਆ, ਸਵਾਦ ਆਇਆ, ਇਹ ਰਸ ਨਹੀਂ ਕਦੇ ਖਤਮ ਹੁੰਦਾ, ਇਹ ਸਦਾ ਵਾਸਤੇ ਬਣਿਆ ਰਹਿੰਦਾ ਹੈ। ਸਤਿਗੁਰੂ ਇੱਥੇ ਬਖਸ਼ਿਸ਼ ਕਰਦੇ ਕਹਿਣ ਲੱਗੇ ਭਾਈ ਸਿੱਖ ਸੰਤ ਸਭ ਸਰਸੇ ਹੋਏ। ਜਿਹੜੇ ਸਿੱਖ ਬਾਣੀ ਪੜ੍ਹਦੇ ਨੇ, ਨਾਮ ਜਪਦੇ, ਉਹ ਵੀ ਆਨੰਦ ਦੇ ਸਮੇਤ ਅੰਦਰੋਂ ਆਨੰਦ ਆਉਣ ਲੱਗ ਪੈਂਦਾ ਹੈ। ਜਿਹੜੇ ਸੰਤਾਂ ਨੇ ਨਾਮ ਜਪਿਆ ਭਾਈ, ਉਹ ਵੀ ਆਨੰਦ ਦੇ ਸਮੇਤ ਹੋਏ। ਸਰਸੇ ਤੋਂ ਭਾਵ ਹੁੰਦਾ ਆਨੰਦ ਦੇ ਸਮੇਤ ਹੋ ਜਾਣਾ। ਹਰ ਹਰ ਨਾਮ ਧਿਆਈ, ਜਿਨ੍ਹਾਂ ਨੇ ਉਸ ਦੇ ਨਾਮ ਨੂੰ ਜਪਿਆ ਹੈ, ਐਸੇ ਗੁਰਮੁਖ ਬਣ ਜਾਂਦੇ। ਫਿਰ ਮਹਾਰਾਜ ਫਰਮਾਉਂਦੇ ਹਨ ਸਿੱਖ ਸੰਤ ਸਭ ਸਰਸੇ ਹੋਏ, ਹਰ ਹਰ ਨਾਮ ਧਿਆਈ। ਸਤਿਗੁਰੂ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ, ਜਿਹੜੇ ਸਿੱਖਿਆ ਲੈ ਕੇ ਮਹਾਰਾਜ ਦੀ ਉਹਦੇ ਉੱਪਰ ਚੱਲੇ ਨੇ, ਐਸੇ ਜਿਹੜੇ ਸਿੱਖ ਸੰਤ ਨੇ, ਸੰਤ ਵੀ ਨੇ ਔਰ ਨਾਲ ਸਿੱਖਿਆ ਵੀ ਜਿਨ੍ਹਾਂ ਨੇ ਲਈ ਹੈ, ਸਿੱਖਿਆ ਗੁਰੂ ਦੀ ਲੈ ਕੇ ਜਿਹੜੇ ਗੁਰੂ ਕੇ ਸਿੱਖ ਸੰਤ ਬਣੇ ਨੇ। ਇਸੇ ਤਰ੍ਹਾਂ ਦੂਜਾ ਬਚਨ ਮਹਾਰਾਜ ਜੀ ਨੇ ਵਰਤਿਆ ਸੰਤ, ਜਿਹੜੇ ਸੰਤ ਸੋ ਸ਼ਾਂਤ ਹੋ ਗਿਆ ਮਨ ਕਰਕੇ, ਜਿਨ੍ਹਾਂ ਦਾ ਹਿਰਦਾ ਸ਼ਾਂਤ ਹੋ ਗਿਆ, ਮਨ ਸ਼ਾਂਤ ਹੋ ਗਿਆ, ਐਸੇ ਜਿਹੜੇ ਸੰਤ ਨੇ। ਸਿੱਖ ਸੰਤ ਸਭ ਸਰਸੇ ਹੋਏ। ਸਰਸੇ ਤੋਂ ਭਾਵ ਗੁਰਮੁਖੋ ਸਹਿਜ ਰਸ ਦੇ ਹੋ ਜਾਣਾ। ਉਹਨਾਂ ਗੁਰਮੁਖਾਂ ਨੂੰ ਰਸ ਆਉਣ ਲੱਗ ਪੈਂਦਾ, ਜਿਹੜੇ ਗੁਰੂ ਦੇ ਹੁਕਮ ਕਹਿਣੇ ਭਾਣੇ ਵਿੱਚ ਰਹੇ। ਐਸੇ ਗੁਰਮੁਖਾਂ ਨੂੰ ਐਸੀਆਂ ਦਾਤਾਂ ਮਿਲੀਆਂ ਜਿਨ੍ਹਾਂ ਨੇ ਉਸ ਪਰਮੇਸ਼ਰ ਦੇ ਨਾਮ ਨੂੰ ਜਪਿਆ ਹੈ। ਰਹਾਉ ਜੋ ਮੰਗੈ ਸੋ ਲੇਵੈ। ਪਰਮਾਤਮਾ ਦੇ ਭਗਤਾਂ ਦਾ, ਗੁਰਮੁਖਾਂ ਦਾ ਰੱਬ ਦੇ ਨਾਲ ਇੰਨਾ ਪਿਆਰ ਬਣ ਜਾਂਦਾ ਹੈ, ਜਿਵੇਂ ਇੱਕ ਪੁੱਤਰ ਆਪਣੇ ਬਾਪ ਕੋਲੋਂ, ਪਿਤਾ ਕੋਲੋਂ ਜੋ ਚਾਹਵੇ ਉਹ ਮੰਗ ਕੇ ਲੈ ਸਕਦਾ। ਪਿਤਾ ਜੀ ਆ ਮੈਨੂੰ ਦਿਓ, ਆਪਣਾ ਹੱਕ ਰੱਖਦਾ ਆਪਣੇ ਬਾਪੂ ਦੇ ਉੱਪਰ, ਆਪਣੇ ਹੱਕ ਦੇ ਨਾਲ ਵਸਤੂ ਮੰਗ ਲੈਂਦਾ। ਬੱਚਾ ਆਪਣੇ ਮਾਂ-ਬਾਪ ਤੋਂ ਜੋ ਮਰਜ਼ੀ ਹੱਕ ਨਾਲ ਮੰਗ ਲਵੇ, ਉਹਦੇ ਵਿੱਚ ਕੋਈ ਤਾਨਾ ਮਿਹਣਾ ਨਹੀਂ ਹੈ ਜਾਂ ਕੋਈ ਪਰਉਪਕਾਰ ਨਹੀਂ ਹੈ ਕਿ ਮੈਂ ਤੇਰੇ ਤੇ ਬੜਾ ਵੱਡਾ ਅਹਿਸਾਨ ਕੀਤਾ ਹੈ। ਉਹ ਬੱਚੇ ਦਾ ਹੱਕ ਬਣਦਾ ਹੈ, ਮਾਂ-ਬਾਪ ਕੋਲੋਂ ਮੰਗ ਕੇ ਲੈ ਲਿਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਰੱਬ ਦੇ ਜਿਹੜੇ ਸੰਤ ਨੇ ਨਾ ਭਾਈ, ਇਹ ਵੀ ਰੱਬ ਦੇ ਪੁੱਤਰ ਹੀ ਨੇ, ਅਤੇ ਪੁੱਤਰ ਹੋਣ ਕਰਕੇ ਜੋ ਮੰਗੈ ਸੋ ਲੇਵੈ। ਜੋ ਵੀ ਉਹਨਾਂ ਨੂੰ ਚਾਹੀਦਾ ਹੁੰਦਾ ਨਾ ਸੰਤਾਂ ਨੂੰ, ਉਹ ਰੱਬ ਨੂੰ ਕਹਿੰਦੇ ਲਿਆ ਪਰਮਾਤਮਾ ਸਾਨੂੰ ਆ ਕੁਝ ਚਾਹੀਦਾ ਹੈ। ਜਿਵੇਂ ਭਗਤ ਕਬੀਰ ਸਾਹਿਬ ਜੀਆਂ ਨੇ ਬਚਨ ਗੁਰਬਾਣੀ ਵਿੱਚ ਬਖਸ਼ੇ, ਭਗਤ ਧੰਨਾ ਜੀਆਂ ਨੇ ਬਚਨ ਜਿਹੜੇ ਗੁਰਬਾਣੀ ਵਿੱਚ ਬਖਸ਼ਿਸ਼ ਕੀਤੇ, ਕਹਿਣ ਲੱਗੇ ਖਾਟ ਮੰਗੋ ਚੌਪਾਈ, ਸਿਰਹਾਨਾ ਅਵਰਤ ਲਾਈ, ਉੱਪਰ ਕੋ ਮੰਗੋ ਖੀਦਾ, ਤੇਰੀ ਭਗਤ ਕਰੈ ਜਨ ਥੀਦਾ, ਮੈਂ ਨਾਹੀ ਕੀਤਾ ਲੱਭੋ, ਇੱਕ ਨਾਉ ਤੇਰਾ ਮੈਂ ਫੱਬੋ, ਕਹਿ ਕਬੀਰ ਮਨ ਮਾਨਿਆ ਤੋ ਹਰ ਜਾਣਿਆ। ਸੋ ਇਹ ਬਚਨ ਉਹਨਾਂ ਨੇ ਗੁਰਬਾਣੀ ਵਿੱਚ ਲਿਖੇ। ਕਹਿਣ ਲੱਗੇ ਖਾਟ ਮੰਗੋ ਚੌਪਾਈ, ਚਾਰ ਪਾਵਿਆਂ ਵਾਲੀ ਖਾਟ, ਖਟੀਆ ਮੰਜਾ ਵੀ ਦੇ ਮੈਨੂੰ ਲੰਮੇ ਪੈਣ ਵਾਸਤੇ।
ਇਹ ਪ੍ਰਮਾਤਮਾ ਮੇਰੀ ਜ਼ਰੂਰਤ ਹੈ। ਧਰਤੀ ਤੇ ਲੰਮੇ ਪੈਣਾ ਔਖਾ ਹੈ, ਮੈਨੂੰ ਮੰਜਾ ਦੇ ਤੇ ਮੈਂ ਆਰਾਮ ਕਰ ਸਕਾਂ। ਖਾਟ ਮੰਗੋ ਚੌਪਾਈ, ਸਿਰਹਾਨਾ ਅਵਰਤ ਲਾਈ। ਸਿਰ ਦੇ ਥੱਲੇ ਰੱਖਣ ਵਾਸਤੇ ਤਕੀਆ ਚਾਹੀਦਾ, ਸਿਰਹਾਣਾ ਚਾਹੀਦਾ, ਮੰਜੇ ਤੇ ਵਿਛਾਉਣ ਵਾਸਤੇ ਬਿਸਤਰਾ ਵੀ ਚਾਹੀਦਾ ਹੈ। ਸਿਰਹਾਨਾ ਅਵਰਤ ਲਾਈ, ਉੱਪਰ ਕੋ ਮੰਗੋ ਖੀਦਾ। ਉੱਪਰ ਲੈਣ ਵਾਸਤੇ ਕੋਈ ਚਾਦਰ ਖੇਸ ਕੰਬਲ ਵੀ ਦੇਣਾ ਕਰ। ਤੇਰੀ ਭਗਤ ਕਰੈ ਜਨ ਥੀਂਦਾ, ਤਾਂ ਕਿ ਮੈਂ ਤੇਰੀ ਭਗਤੀ ਕਰ ਸਕਾਂ। ਫਿਰ ਅੱਗੇ ਇਹ ਵੀ ਬਚਨ ਆਖਿਆ ਕਿ ਦੁਨੀਆ ਦੇ ਲੋਕ ਇਹ ਨਾ ਕਹਿਣ ਵੀ ਭਗਤ ਇਹ ਜਿਹੜਾ ਹੈ ਉਹ ਮੋਹ ਛੱਡਦੇ ਨੇ, ਪਦਾਰਥ ਛੱਡਦੇ ਨੇ, ਇਹ ਭਗਤ ਮੰਜਾ ਬਿਸਤਰਾ ਮੰਗਦਾ ਪਿਆ ਹੈ। ਕਹਿਣ ਲੱਗੇ ਮੈਂ ਨਾ ਹੀ ਕੀਤਾ ਲੱਭੋ, ਇਹਦੇ ਵਿੱਚ ਮੈਂ ਲੋਭ ਕੋਈ ਨਹੀਂ ਕੀਤਾ। ਇਹ ਤੇ ਜ਼ਰੂਰਤ ਦੀਆਂ ਵਸਤੂਆਂ ਨੇ, ਜਿਹੜੀਆਂ ਲੋੜ ਪੈਂਦੀਆਂ ਅਤੇ ਜ਼ਰੂਰਤ ਵਾਲੀਆਂ ਵਸਤੂਆਂ ਚਾਹੀਦੀਆਂ ਵੀ ਨੇ। ਮੈਂ ਨਾ ਹੀ ਕੀਤਾ ਲੱਭੋ, ਇੱਕ ਨਾਉ ਤੇਰਾ ਮੈਂ ਫੱਬੋ। ਤੇਰਾ ਨਾਮ ਜਪਣਾ ਹੀ ਮੈਨੂੰ ਚੰਗਾ ਲੱਗਦਾ, ਫੱਬਦਾ। ਜਪਣਾ ਤੇ ਮੈਂ ਤੇਰਾ ਨਾਮ ਹੀ ਹੈ, ਪਰ ਪ੍ਰਮਾਤਮਾ ਗੱਲ ਇਹ ਹੈ ਵੀ ਇਹਨਾਂ ਚੀਜ਼ਾਂ ਦੀ ਵੀ ਲੋੜ ਹੈ ਜ਼ਿੰਦਗੀ ਦੇ ਵਿੱਚ। ਇਸ ਕਰਕੇ ਮੈਨੂੰ ਇਹ ਚੀਜ਼ਾਂ ਦੇ ਦੇ। ਇਹ ਹੱਕ ਰੱਖਦੇ ਨੇ ਰੱਬ ਦੇ ਪੁੱਤਰ ਰੱਬ ਦੇ ਉੱਪਰ, ਜਿਹੜੀ ਚੀਜ਼ ਚਾਹਣ ਉਹ ਸਿੱਧੀ ਮੰਗ ਕੇ ਲੈ ਲੈਂਦੇ ਵੀ ਆਹ ਦੇ ਪ੍ਰਮਾਤਮਾ, ਸਾਨੂੰ ਚਾਹੀਦਾ। ਗੋਪਾਲ ਤੇਰਾ ਆਰਤਾ, ਜੋ ਜਾਣ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਦਾਲ ਸਿੱਧਾ ਮੰਗੋ ਘੀਓ, ਹਮਰਾ ਖੁਸ਼ੀ ਕਰੈ ਨਿਤ ਜੀਓ। ਪਰਮਾਤਮਾ ਜੀ ਸਾਨੂੰ ਦਾਲ ਦਿਓ ਛਕਣ ਵਾਸਤੇ, ਦਾਲ ਨੂੰ ਬਣਾਉਣ ਵਾਸਤੇ ਸੋਹਣਾ ਘਿਓ ਦੇਣਾ ਕਰੋ। ਦਾਲ ਸਿੱਧਾ ਮੰਗੋ ਘੀਓ, ਅਤੇ ਫਿਰ ਆਟਾ ਵਗੈਰਾ ਦਿਓ ਪ੍ਰਸ਼ਾਦੇ ਬਣਾਉਣ ਵਾਸਤੇ। ਹਮਰਾ ਖੁਸ਼ੀ ਕਰੈ ਨਿਤ ਜੀਓ, ਜਿਸ ਭੋਜਨ ਨੂੰ ਛਕ ਕੇ ਸਾਡਾ ਮਨ ਖੁਸ਼ ਹੋ ਜਾਵੇ। ਨਾਮ ਜਪਦਿਆਂ ਕਿਤੇ ਇਹ ਨਾ ਧਿਆਨ ਰਵੇ ਵੀ ਰੋਟੀ ਕਿੱਥੋਂ ਖਾਣੀ ਹੈ, ਰੋਟੀ ਕਿੱਥੋਂ ਆਵੇਗੀ, ਮਿਲੇਗੀ ਕਿ ਨਹੀਂ ਮਿਲੇਗੀ। ਨਹੀਂ, ਐਸਾ ਨਾ ਵਿਚਾਰ ਆਵੇ। ਐਸਾ ਭੋਜਨ ਪ੍ਰਸ਼ਾਦਾ ਬਖਸ਼ਿਸ਼ ਕਰੋ ਕਿ ਤ੍ਰਿਪਤ ਹੋ ਜਾਵੇ ਇਹ ਜਿਹੜਾ ਮਨ ਹੈ ਭੋਜਨ ਦੇ ਵੱਲੋਂ, ਅਤੇ ਫਿਰ ਤੁਹਾਡੀ ਬੰਦਗੀ ਕਰ ਸਕਾਂ। ਹਮਰਾ ਖੁਸ਼ੀ ਕਰੈ ਨਿਤ ਜੀਓ, ਪਣੀਆਂ ਸ਼ਾਦਨ ਨੀਕਾ, ਸੋ ਅਨਾਜ ਮੰਗੋ ਸਤ ਸੀਕਾ। ਭਗਤ ਧੰਨਾ ਜੀ ਕਹਿਣ ਲੱਗੇ ਪਣੀਆਂ ਜਿਹੜੀ ਜੁੱਤੀ ਹੈ ਨਾ ਉਹ ਵੀ ਚੰਗੀ ਚਾਹੀਦੀ ਹੈ। ਆਉਣ ਜਾਣ ਲੱਗਿਆ ਕੰਡਾ ਕੋਈ ਪੈਰਾਂ ਵਿੱਚ ਨਾ ਚੁੱਭ ਜਾਵੇ, ਰੋੜ ਨਾ ਲੱਗ ਜਾਵੇ। ਪਣੀਆਂ ਸ਼ਾਦਨ ਨੀਕਾ, ਸ਼ਾਦਨ ਕਹੀਏ ਬਸਤਰ, ਸਰੀਰ ਢੱਕਣ ਵਾਲਾ ਚੰਗਾ ਕੱਪੜਾ ਚਾਹੀਦਾ ਗਲ ਵਿੱਚ ਪਾਉਣ ਵਾਸਤੇ ਆਉਣ ਜਾਣ ਲੱਗਿਆ। ਇਹ ਸਾਰੀਆਂ ਲੋੜਾਂ ਨੇ ਪ੍ਰਮਾਤਮਾ ਜੀ ਮੈਨੂੰ ਦੇ ਦਿਓ। ਪਣੀਆਂ ਸ਼ਾਦਨ ਨੀਕਾ, ਅਨਾਜ ਮੰਗੋ ਸਤ ਸੀਕਾ। ਚੰਗਾ ਸੋਹਣਾ ਅਨਾਜ, ਵਧੀਆ ਅਨਾਜ ਜਿਹੜਾ ਹੈ ਮਹਾਰਾਜ ਉਹ ਵੀ ਮੈਨੂੰ ਦੇ ਦਿਓ। ਸੋ ਅਨਾਜ ਮੰਗੋ ਸਤ ਸੀਕਾ, ਗਊ ਭੈਂਸ ਮੰਗੋ ਲਾਵੇਰੀ। ਮੱਝ ਵੀ ਚਾਹੀਦੀ ਹੈ, ਇਸੇ ਤਰ੍ਹਾਂ ਗਾਂ ਵੀ ਚਾਹੀਦੀ ਹੈ ਦੁੱਧ ਪੀਣ ਵਾਸਤੇ, ਦਹੀਂ ਖਾਣ ਵਾਸਤੇ, ਲੱਸੀ ਪੀਣ ਵਾਸਤੇ। ਕਿਉਂਕਿ ਰੱਬ ਦੇ ਭਗਤ ਜਿਹੜੇ ਬੰਦਗੀ ਕਰਦੇ ਨਾ, ਨਾਮ ਜਪਦੇ, ਉਹਨਾਂ ਨੂੰ ਇਹ ਦੁੱਧ ਲੱਸੀ, ਇਹ ਦਹੀਂ ਮੱਖਣ ਇਹ ਜ਼ਰੂਰੀ ਹੈ ਛਕਣਾ। ਸੋ ਮਹਾਰਾਜ ਮੇਰੇ ਵਾਸਤੇ ਵੀ ਜ਼ਰੂਰੀ ਹੋਇਆ, ਮੈਂ ਬੰਦਗੀ ਕਰਦਾ, ਇਹ ਮੈਨੂੰ ਦੇ ਦਿਓ ਕਿਰਪਾ ਕਰਕੇ। ਮੱਝ ਤੇ ਗਾਂ ਜਿਹੜੀਆਂ ਦੁੱਧ ਦਿੰਦੀਆਂ ਹੋਣ, ਮੈਂ ਲੱਸੀ ਮੱਖਣ ਦੁੱਧ ਨੂੰ ਛਕ ਸਕਾਂ। ਗਊ ਭੈਂਸ ਮੰਗੋ ਲਾਵੇਰੀ, ਇੱਕ ਤਾਜਨ ਤੁਰੀ ਚੰਗੇਰੀ। ਫਿਰ ਆਉਣ ਜਾਣ ਵਾਸਤੇ ਘੋੜੀ ਵੀ ਚਾਹੀਦੀ ਹੈ, ਕਿਤੇ ਮੈਨੂੰ ਜਾਣਾ ਪਵੇ, ਮੇਰੀਆਂ ਲੱਤਾਂ ਥੱਕ ਜਾਣਗੀਆਂ, ਤੁਰ ਕੇ ਜਾਵਾਂਗਾ, ਫਿਰ ਆ ਕੇ ਥੱਕਿਆ ਹੋਇਆ ਨਾਮ ਕਿਵੇਂ ਜਪਾਂਗਾ। ਘੋੜੀ ਹੋਵੇਗੀ ਉੱਤੇ ਚੜ੍ਹ ਕੇ ਜਾਣਾ ਸੌਖਾ ਹੈ, ਥਕਾਵਟ ਨਹੀਂ ਹੋਵੇਗੀ, ਫਿਰ ਮੈਂ ਆ ਕੇ ਬੰਦਗੀ ਵੀ ਕਰ ਸਕਦਾ। ਅੱਜ ਦੇ ਸਮੇਂ ਵਿੱਚ ਮੋਟਰਸਾਈਕਲ ਆ ਗਏ, ਗੱਡੀਆਂ ਆ ਗਈਆਂ। ਇਹ ਪਰਮਾਤਮਾ ਜੀ ਪਦਾਰਥ ਮੈਨੂੰ ਚਾਹੀਦਾ ਹੈ, ਇਹ ਸੁੱਖ ਸਹੂਲਤਾਂ ਇਹ ਦੁਨੀਆ ਦੀਆਂ ਚਾਹੀਦੀਆਂ। ਫਿਰ ਅੱਗੇ ਬਚਨ ਕੀਤਾ ਹੈ, ਕਹਿਣ ਲੱਗੇ ਘਰ ਕੀ ਗੀਹਨ ਚੰਗੀ। ਗੀਹਣ ਨਾਮ ਜਿਹੜੀ ਗ੍ਰਹਿਣੀ ਹੈ ਨਾ, ਘਰ ਵਾਲੀ ਇਸਤਰੀ, ਘਰ ਸੰਭਾਲਣ ਵਾਲੀ, ਉਹ ਵੀ ਚੰਗੇ ਸੁਭਾਅ ਦੀ ਚਾਹੀਦੀ ਹੈ। ਮੈਂ ਮੱਝ ਮੰਗੀ, ਗਾਂ ਮੰਗੀ ਹੈ, ਅਨਾਜ ਮੰਗਿਆ, ਸਾਰੇ ਪਦਾਰਥ ਮੰਗੇ। ਇਸ ਤਰ੍ਹਾਂ ਦੀ ਨਾ ਆ ਜਾਵੇ ਵੀ ਘਰ ਦੇ ਪਦਾਰਥ ਸਾਰੇ ਗਵਾ ਦੇਵੇ, ਕਿਸੇ ਨੂੰ ਦੇ ਦੇਵੇ, ਘਰ ਵਿਗਾੜ ਦੇਵੇ। ਨਹੀਂ, ਇਸ ਤਰ੍ਹਾਂ ਦੀ ਨਾ ਹੋਵੇ। ਘਰ ਵਾਲੀ ਗ੍ਰਹਿਣੀ ਇਸ ਤਰ੍ਹਾਂ ਦੀ ਹੋਵੇ ਜਿਹੜੀ ਆਏ ਹੋਏ ਸੰਤਾਂ ਭਗਤਾਂ ਗੁਰਮੁਖਾਂ ਦੇ ਸੇਵਾ ਕਰਨ ਵਾਲੀ ਹੋਵੇ। ਕਿਉਂਕਿ ਮਨੁੱਖ ਜਿਹੋ ਜਿਹਾ ਕੰਮ ਕਰਦਾ ਹੈ ਉਹਦੇ ਮਿੱਤਰ ਦੋਸਤ ਵੀ ਉਹੋ ਜਿਹੇ ਹੋ ਜਾਂਦੇ। ਜਿਹੜਾ ਕੋਈ ਸਾਧੂ ਸੰਤ ਬਾਣੀ ਪੜ੍ਹਨ ਵਾਲਾ, ਉਹਦੇ ਦੋਸਤ ਮਿੱਤਰ ਵੀ ਉਸੇ ਤਰ੍ਹਾਂ ਦੀ ਬੰਦਗੀ ਕਰਨ ਵਾਲੇ ਹੁੰਦੇ। ਜਿਸ ਤਰ੍ਹਾਂ ਦੀ ਕੋਈ ਨੌਕਰੀ ਕਰਦਾ, ਕੰਮ ਕਰਦਾ, ਉਹੋ ਜਿਹੇ ਲੋਕਾਂ ਦੇ ਨਾਲ ਉਹ ਵਿਚਰਦਾ ਹੈ।
ਉਹੋ ਜਿਹੇ ਲੋਕ ਉਹਦੇ ਮਿੱਤਰ ਬਣ ਜਾਂਦੇ। ਪਰ ਪ੍ਰਮਾਤਮਾ ਮੈਂ ਤੇ ਕਰਦਾ ਭਗਤੀ, ਤੇ ਭਗਤੀ ਫਿਰ ਮੇਰੇ ਮਿੱਤਰ ਹੋਣਗੇ ਨਾ, ਮੇਰੇ ਘਰ ਵਿੱਚ ਆਉਣਗੇ। ਘਰ ਕੀ ਗੀਹਨ ਚੰਗੀ, ਘਰ ਵਾਲੀ ਇੰਨੀ ਚੰਗੀ ਹੋਵੇ ਵੀ ਆਏ ਹੋਏ ਸਾਧੂ ਸੰਤ ਨੂੰ ਪ੍ਰਸ਼ਾਦਾ ਛਕਾ ਦੇਵੇ, ਮੱਥੇ ਵਟ ਨਾ ਪਾਵੇ। ਜਨ ਧੰਨਾ ਲੈਵੈ ਮੰਗੀ, ਇਹ ਧੰਨਾ ਜੀ ਕਹਿੰਦੇ ਵੀ ਮੰਗ ਕੇ ਮੈਂ ਤੇਰੇ ਕੋਲ ਲੈਂਦਾ ਪਿਆ, ਇਹ ਚਾਹੀਦੀਆਂ ਵਸਤੂਆਂ ਮੈਨੂੰ ਦੇਣਾ ਕਰੋ ਕਿਰਪਾ ਕਰਕੇ। ਸਤਿਗੁਰੂ ਇੱਥੇ ਬਖਸ਼ਿਸ਼ ਕਰਦੇ, ਕਹਿਣ ਲੱਗੇ ਜੋ ਮੰਗੈ ਸੋ ਲੈਵੈ। ਭਗਤਾਂ ਨੂੰ ਜੋ ਚਾਹੀਦਾ ਹੈ ਨਾ ਉਹ ਰੱਬ ਦੇ ਕੋਲੋਂ ਉਸੇ ਵੇਲੇ ਡਾਇਰੈਕਟ ਹੀ ਮੰਗ ਲੈਂਦੇ। ਉਹ ਸ਼ਰਮ ਨਹੀਂ ਕਰਦੇ ਵੀ ਰੱਬ ਕੀ ਆਖੇਗਾ, ਪ੍ਰਮਾਤਮਾ ਕੀ ਕਹੇਗਾ। ਉਹ ਇਹ ਨਹੀਂ ਮੰਨਦੇ ਵੀ ਲੋਕ ਕੀ ਕਹਿਣਗੇ, ਲੋਕ ਜੋ ਮਰਜ਼ੀ ਕਹੀ ਜਾਣ, ਕੋਈ ਫਰਕ ਨਹੀਂ ਹੈ। ਜਿਵੇਂ ਸੰਤਾਨ ਬੱਚਾ ਆਪਣੇ ਮਾਂ-ਬਾਪ ਤੋਂ ਬੇਝਿਜਕ ਮੰਗ ਲੈਂਦਾ, ਭਾਵੇਂ ਉਹ ਮਾਂ-ਬਾਪ ਕਿਤੇ ਵੀ ਖੜਾ, ਕਿਸੇ ਰਿਸ਼ਤੇਦਾਰ ਕੋਲ ਖਲੋਤਾ ਗੱਲ ਕਰਦਾ, ਕਿਤੇ ਰਸਤੇ ਵਿੱਚ ਜਾਂਦਾ ਪਿਆ ਆਉਂਦਾ ਪਿਆ, ਬੱਚਾ ਮੰਗਣ ਲੱਗਿਆ ਕਦੇ ਝੱਗ ਨਹੀਂ ਕਰਦਾ, ਹੱਕ ਰੱਖਦਾ ਵੀ ਇਹ ਮੇਰਾ ਮਾਂ-ਬਾਪ ਮੇਰੀ ਲੋੜ ਪੂਰੀ ਕਰੇਗਾ। ਇਸੇ ਤਰ੍ਹਾਂ ਰੱਬ ਦੇ ਜਿਹੜੇ ਭਗਤ ਨੇ ਗੁਰਮੁਖੋ, ਉਹ ਰੱਬ ਦੇ ਪੁੱਤਰ ਹੀ ਨੇ। ਰੱਬ ਤੋਂ ਮੰਗਣ ਲੱਗਿਆ ਬਿਲਕੁਲ ਝਗਾ ਨਹੀਂ ਰੱਖਦੇ, ਬਿਲਕੁਲ ਸ਼ਰਮ ਮਹਿਸੂਸ ਨਹੀਂ ਕਰਦੇ, ਝੱਟ ਹੀ ਮੰਗ ਲੈਂਦੇ। ਜੋ ਮੰਗੈ ਸੋ ਲੈਵੈ, ਜੋ ਚਾਹੀਦਾ ਨਾ ਉਹ ਮੰਗ ਕੇ ਕਹਿੰਦੇ ਵੀ ਲਿਆ ਪ੍ਰਮਾਤਮਾ ਚਾਹੀਦਾ, ਉਹ ਪ੍ਰਮਾਤਮਾ ਕੋਲੋਂ ਲੈ ਲੈਂਦੇ ਹਨ। ਪ੍ਰਭ ਆਪਣਿਆਂ ਭਗਤ ਸੰਤਾਂ ਦੇਵੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਉਹ ਪ੍ਰਮਾਤਮਾ ਵੀ ਫਿਰ ਇਹੋ ਜਿਹਾ ਹੈ, ਕਿਸੇ ਟਾਈਮ ਹੋ ਸਕਦਾ ਮਾਂ-ਬਾਪ ਕੋਈ ਵਸਤੂ ਆਪਣੇ ਪੁੱਤਰ ਨੂੰ ਨਾ ਦੇ ਸਕੇ, ਆਪਣੀ ਅਸਮਰੱਥਾ ਪ੍ਰਗਟ ਕਰੇ ਵੀ ਪੁੱਤਰ ਨਹੀਂ, ਇੱਥੋਂ ਤੱਕ ਆਪਣੀ ਪਹੁੰਚ ਨਹੀਂ ਹੈ, ਇਹ ਵਸਤੂ ਨਹੀਂ ਮਿਲ ਸਕਦੀ, ਤੂੰ ਹੋਰ ਕਿਸੇ ਤਰੀਕੇ ਨਾਲ ਆਪਣਾ ਟਾਈਮ ਸਾਰ ਲੈ। ਪਰ ਪ੍ਰਮਾਤਮਾ ਬਹਾਨਾ ਕੋਈ ਨਹੀਂ ਲਾਉਂਦਾ ਹੈ। ਉਹ ਇਹ ਕਦੇ ਨਹੀਂ ਕਹਿੰਦਾ ਭਗਤਾਂ ਨੂੰ ਵੀ ਆਹ ਨਹੀਂ ਮੈਂ ਦੇ ਸਕਦਾ, ਇਹ ਮੇਰੀ ਸਮਰੱਥਾ ਤੋਂ ਬਾਹਰ ਹੈ। ਨਹੀਂ, ਜੋ ਭਗਤਾਂ ਨੇ ਮੰਗਿਆ ਪ੍ਰਭ ਆਪਣੇ ਸੰਤਾਂ ਦੇਵੈ, ਉਹ ਝਾਟੀ ਆਪਣੇ ਸੰਤਾਂ ਨੂੰ, ਨਾਮ ਜਪਣ ਵਾਲੇ ਗੁਰਮੁਖਾਂ ਨੂੰ ਪਦਾਰਥ ਦੇ ਕੇ ਨਿਹਾਲ ਕਰ ਦਿੰਦਾ ਹੈ। ਹਰ ਗੋਬਿੰਦ ਪ੍ਰਭ ਰਾਖਿਆ। ਸਾਡੇ ਸੁਪੁੱਤਰ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀਆਂ ਨੂੰ ਇਸ ਤਾਪ ਦੀ ਬਿਮਾਰੀ ਤੋਂ, ਦੁੱਖ ਤੋਂ ਪ੍ਰਮਾਤਮਾ ਨੇ ਆਪ ਹੀ ਹੱਥ ਦੇ ਕੇ ਰੱਖਿਆ ਹੈ। ਜਨ ਨਾਨਕ ਸਾਚ ਸੁਭਾਖਿਆ। ਗੁਰੂ ਨਾਨਕ ਦੇ ਪਾਤਸ਼ਾਹ ਦੇ ਪੰਜਵੇਂ ਸਰੂਪ ਗੁਰੂ ਅਰਜਨ ਦੇ ਪਾਤਸ਼ਾਹ ਬਖਸ਼ਿਸ਼ ਕਰ ਰਹੇ, ਕਹਿਣ ਲੱਗੇ ਭਾਈ ਅਸੀਂ ਸਾਚ ਸੁਭਾਖਿਆ, ਇਹ ਸੱਚੇ ਨਾਮ ਦਾ ਸੁਭਾਖਿਆ ਕਹੀਏ ਕਥਨ ਕੀਤਾ, ਸੱਚੇ ਨਾਮ ਨੂੰ ਜਪਿਆ ਹੈ ਤਾਂ ਇਹ ਸਾਨੂੰ ਦਾਤਾਂ ਮਿਲੀਆਂ। ਫਿਰ ਬਖਸ਼ਿਸ਼ ਕਰਦੇ ਹਨ। ਹਰ ਗੋਬਿੰਦ ਪ੍ਰਭ ਰਾਖਿਆ, ਜਨ ਨਾਨਕ ਸਾਚ ਸੁਭਾਖਿਆ। ਪਾਤਸ਼ਾਹ ਕਹਿਣ ਲੱਗੇ ਇਹ ਸਾਡੇ ਪੁੱਤਰ ਨੂੰ ਪ੍ਰਮਾਤਮਾ ਨੇ ਰੱਖ ਲਿਆ ਹੈ, ਇਹ ਸਾਚ ਸੁਭਾਖਿਆ, ਇਹ ਸੱਚਾ ਬਚਨ ਅਸੀਂ ਇੱਥੇ ਕੀਤਾ ਹੈ। ਸੋ ਸੱਚਾ ਜਿਹੜਾ ਹੈ ਸੁਭਾਖਿਆ ਕਹੀਏ ਬਚਨ, ਇਹ ਸੁਭਾਖਿਆ ਜਿਹੜੀ ਹੈ ਨਾ, ਇਹ ਸੱਚੇ ਬਚਨ ਅਸੀਂ ਆਖੇ ਨੇ ਕਿ ਸਾਡੇ ਪੁੱਤਰ ਨੂੰ ਪ੍ਰਮਾਤਮਾ ਨੇ ਰੱਖ ਲਿਆ ਹੈ। ਇਹ ਸੱਚੀ ਗੱਲ ਇੱਥੇ ਅਸੀਂ ਕਥਨ ਕੀਤੀ ਹੈ। ਸੋਰਠ ਮਹੱਲਾ ਪੰਜਵਾਂ, ਸੋਈ ਕਰਾਏ ਜੋ ਤੁਧ ਭਾਵੈ। ਗੁਰੂ ਅਰਜਨ ਦੇ ਪਾਤਸ਼ਾਹ ਫਰਮਾਉਂਦੇ ਪ੍ਰਮਾਤਮਾ ਸੋਈ ਕਰਾਏ, ਜੋ ਤੈਨੂੰ ਭਾਉਂਦਾ ਹੈ ਉਹ ਤੂੰ ਕੰਮ ਕਰਾਉਂਦਾ ਹੈ। ਸੋਈ ਕਰਾਏ ਜੋ ਤੁਧ ਭਾਵੈ, ਜਿਹੜਾ ਤੈਨੂੰ ਭਾਉਂਦਾ ਹੈ ਨਾ, ਚੰਗਾ ਲੱਗਦਾ, ਉਹੀ ਕੰਮ ਤੂੰ ਆਪਣੇ ਭਗਤਾਂ ਕੋਲੋਂ, ਗੁਰਮੁਖਾਂ ਕੋਲੋਂ ਕਰਵਾਉਂਦਾ ਹੈ। ਮੋਹਿ ਸਿਆਣਪ ਕਛੂ ਨ ਆਵੈ। ਇਸ ਤਰ੍ਹਾਂ ਵੀ ਕਹਿ ਸਕਦੇ ਪ੍ਰਮਾਤਮਾ ਕਿ ਜੋ ਤੈਨੂੰ ਭਾਉਂਦਾ ਹੈ ਉਹੀ ਤੂੰ ਮੇਰੇ ਕੋਲੋਂ ਕਰਮ ਕਰਾਉਂਦਾ ਹੈ। ਮੈਨੂੰ ਕੋਈ ਵੀ ਸਿਆਣਪ ਨਹੀਂ ਹੈ ਕਿ ਮੈਂ ਬੜਾ ਸਿਆਣਾ ਹਾਂ, ਮੈਨੂੰ ਬੜੀ ਮੱਤ ਹੈ, ਮੈਨੂੰ ਬੜੀ ਅਕਲ ਹੈ, ਮੈਂ ਦੁਨੀਆ ਵਿੱਚ ਬੜਾ ਵਿਚਰਿਆ ਹੋਇਆ, ਮੈਨੂੰ ਦੁਨੀਆਦਾਰੀ ਦਾ ਬੜਾ ਪਤਾ ਨਹੀਂ। ਇਹ ਸਿਆਣਪ ਮੈਂ ਨਹੀਂ ਮੰਨਦਾ ਵੀ ਇਹ ਸਿਆਣਪ ਵਾਲੀ ਗੱਲ ਹੈ, ਇਹ ਤੇ ਚਲਾਕੀ ਵਾਲੀ ਗੱਲ ਹੈ। ਪਰ ਚਲਾਕੀ ਦੇ ਨਾਲ ਪ੍ਰਮਾਤਮਾ ਨਹੀਂ ਮਿਲਦਾ। ਇਸ ਕਰਕੇ ਹੈ ਪ੍ਰਮਾਤਮਾ ਜੀ ਮੈਂ ਤੇ ਇੱਕੋ ਹੀ ਬੇਨਤੀ ਕਰਦਾ, ਮੋਹੇ ਸਿਆਣਪ ਕਛੂ ਨਾ ਆਵੈ, ਮੇਰੇ ਵਿੱਚ ਇੱਕ ਵੀ ਸਿਆਣਪ ਕੋਈ ਨਹੀਂ ਹੈ, ਚੰਗਾ ਗੁਣ ਸਿਆਣਪ ਵਾਲਾ ਹੈ ਹੀ ਨਹੀਂ। ਸੋਈ ਕਰਾਏ, ਤੂੰ ਮੇਰੇ ਕੋਲੋਂ ਉਹ ਕੰਮ ਕਰਵਾ ਜੋ ਤੁਧ ਭਾਵੈ, ਜਿਹੜਾ ਆਪ ਜੀ ਨੂੰ ਚੰਗਾ ਲੱਗਦਾ, ਜਿਹੜਾ ਤੁਹਾਨੂੰ ਚੰਗਾ ਲੱਗਦਾ ਹੈ, ਮੈਨੂੰ ਉਸ ਕੰਮ ਦੇ ਵੱਲ ਪ੍ਰੇਰ ਦਿਓ, ਮੈਂ ਉਹ ਕੰਮ ਕਰਦਾ ਰਵਾਂਗਾ। ਪਰ ਮੇਰੇ ਵਿੱਚ ਆਪਣੇ ਵਿੱਚ ਕੋਈ ਅਕਲ ਨਹੀਂ ਹੈ, ਕੋਈ ਸੋਝੀ ਨਹੀਂ ਹੈ, ਮੈਂ ਆਪਣੇ ਆਪ ਕੁਝ ਨਹੀਂ ਕਰ ਸਕਦਾ। ਜਿਵੇਂ ਕੋਲੂ ਤੇ ਜੋੜਿਆ ਹੋਇਆ ਬਲਦ, ਅੱਖਾਂ ਬੰਦ ਕਰਕੇ ਰੱਸੇ ਨਾਲ ਬੱਧਾ ਪੰਜਾਲੀ ਪਾਈ ਹੋਈ ਹੈ, ਰੱਸੇ ਨਾਲ ਖਿੱਚਿਆ ਹੋਇਆ, ਆਪਣੇ ਆਪ ਚਾਰ ਚਫੇਰੇ ਰੱਸੇ ਦੇ ਕਰਕੇ ਘੁੰਮਿਆ ਆਉਂਦਾ, ਕੰਮ ਵਿੱਚ ਲੱਗਾ ਹੋਇਆ ਹੈ। ਇਸੇ ਤਰ੍ਹਾਂ ਮਹਾਰਾਜ ਮੇਰੇ ਵਿੱਚ ਕੋਈ ਬਹੁਤੀ ਸਿਆਣਪ ਨਹੀਂ ਵੀ ਆਪਣੇ ਆਪ ਮੈਂ ਕੁਝ ਕਰ ਸਕਾਂ। ਆਪ ਜੀ ਆਪਣੇ ਹੁਕਮ ਰੂਪੀ ਰੱਸੇ ਦੇ ਨਾਲ
ਮੈਨੂੰ ਬੰਨ੍ਹ ਕੇ ਰੱਖੋ, ਆਪਣੇ ਹੁਕਮ ਦੇ ਵਿੱਚ ਆਪ ਹੀ ਚਲਾਓ ਮਹਾਰਾਜ ਕਿਰਪਾ ਕਰਕੇ, ਤਾਂ ਕਿ ਮੈਂ ਚੰਗੇ ਕਰਮਾਂ ਨੂੰ ਕਰ ਸਕਾਂ। ਸੋਈ ਕਰਾਏ ਜੋ ਤੁਧ ਭਾਵੈ, ਮੋਹਿ ਸਿਆਣਪ ਕਛੂ ਨਾ ਆਵੈ। ਮੇਰੇ ਵਿੱਚ ਕੋਈ ਸਿਆਣਪ ਵਾਲੀ ਗੱਲ ਨਹੀਂ ਹੈ। ਅੰਬਾਰਕ ਤਉ ਸਰਨਾਈ। ਐ ਅਕਾਲ ਪੁਰਖ ਜੀ, ਮੈਂ ਤੇ ਆਪ ਜੀ ਦਾ ਬੱਚਾ ਹਾਂ ਤੇ ਆਪ ਜੀ ਦੀ ਸ਼ਰਨ ਵਿੱਚ ਆਇਆ ਹਾਂ। ਜਦੋਂ ਆਪ ਜੀ ਦੀ ਸ਼ਰਨ ਵਿੱਚ ਆ ਗਿਆ, ਫਿਰ ਮੇਰੀ ਇੱਜ਼ਤ ਪੈਜ ਆਪ ਜੀ ਦੇ ਹੱਥ ਵਿੱਚ ਹੈ, ਭਾਵੇਂ ਮੈਂ ਉਮਰਾ ਕਰਕੇ ਕਿੱਡਾ ਵੀ ਵੱਡਾ ਕਿਉਂ ਨਾ ਹੋ ਗਿਆ। ਕਈ ਵਾਰੀ ਇਹ ਮਨ ਵਿੱਚ ਆ ਜਾਂਦਾ ਮੇਰੀ ਉਮਰਾ 100 ਸਾਲ ਦੀ 80 ਸਾਲ ਦੀ ਹੋ ਗਈ, ਮੈਂ ਦੁਨੀਆਦਾਰੀ ਬੜੀ ਵੇਖੀ ਹੈ, ਪਰ ਪਾਤਸ਼ਾਹ ਜੀ ਭਾਵੇਂ ਉਮਰਾ ਮੇਰੀ ਕਿੱਡੀ ਵੱਡੀ ਹੋ ਗਈ ਹੈ, ਪਰ ਹਾਂ ਮੈਂ ਆਪ ਜੀ ਦਾ ਬੱਚਾ ਹੀ, ਤਾਂ ਆਪ ਜੀ ਦੀ ਸ਼ਰਨ ਵਿੱਚ ਆਇਆ। ਮੇਰੀ ਉਮਰਾ ਵੇਖ ਕੇ ਕਿਤੇ ਇਹ ਨਾ ਆਖਿਓ ਵੀ ਇਹ ਤੂੰ ਤੇ ਬੜੀ ਵੱਡੀ ਉਮਰਾ ਦਾ ਬਣ ਗਿਆ, ਤੈਨੂੰ ਤੇ ਬੜੀ ਅਕਲ ਹੈ, ਮੈਂ ਤੈਨੂੰ ਸਿਆਣਪ ਨਹੀਂ ਦੇਵਾਂਗਾ ਜਾਂ ਮੈਂ ਤੈਨੂੰ ਹੁਕਮ ਵਿੱਚ ਨਹੀਂ ਰੱਖਾਂਗਾ। ਨਹੀਂ ਪਾਤਸ਼ਾਹ ਜੀ ਕਿਰਪਾ ਕਰੋ, ਮੈਨੂੰ ਆਪਣਾ ਬਾਲਕ ਜਾਣ ਲਓ, ਦਾਸ ਜਾਣ ਲਓ। ਸੋ ਦਾਸ ਜਾਣ ਕੇ ਮੇਰੀ ਕਿਰਪਾ ਕਰਕੇ ਰੱਖਿਆ ਕਰੋ। ਦਾਸ ਜਾਣ ਕਰ ਦਾਸ ਪ੍ਰਭ ਕੀਜੈ ਕਿਰਪਾ ਅਪਾਰ। ਇਹ ਮੈਨੂੰ ਦਾਸ ਜਾਣ ਕੇ ਪਰਮਾਤਮਾ ਜੀ ਕਿਰਪਾ ਕਰੋ ਅਤੇ ਮੈਨੂੰ ਸ਼ੁਭ ਕਰਮਾਂ ਵੱਲ ਲਾਉਣਾ ਕਰੋ। ਪ੍ਰਭ ਆਪੇ ਪੈਜ ਰਖਾਈ। ਜਦੋਂ ਇਸ ਤਰ੍ਹਾਂ ਬੇਨਤੀ ਕਰਦਾ ਹੈ, ਫਿਰ ਸਤਿਗੁਰੂ ਜੀ ਇੱਜ਼ਤ ਰੱਖ ਲੈਂਦੇ, ਆਪ ਹੀ ਚੰਗੇ ਕਰਮਾਂ ਦੇ ਵੱਲ ਆਪਣੇ ਸਿੱਖ ਨੂੰ, ਭਗਤ ਨੂੰ, ਗੁਰਮੁਖ ਨੂੰ ਜੋੜ ਕੇ ਰੱਖਦੇ। ਮਾੜੇ ਕਰਮ ਦੇ ਵੱਲ ਜਾਣ ਹੀ ਨਹੀਂ ਦਿੰਦੇ ਮਹਾਰਾਜ, ਕਿਉਂਕਿ ਪਹਿਲਾਂ ਹੀ ਬੇਨਤੀ ਕਰ ਦਿੱਤੀ ਨਾ ਵੀ ਮਹਾਰਾਜ ਮੇਰੇ ਵਿੱਚ ਅਕਲ ਕੋਈ ਨਹੀਂ, ਮੇਰੇ ਵਿੱਚ ਸਿਆਣਪ ਕੋਈ ਨਹੀਂ ਹੈ, ਮੈਂ ਤੇ ਬਿਨਾਂ ਅਕਲ ਤੋਂ ਬਿਨਾਂ ਸਿਆਣਪ ਤੋਂ ਹਾਂ। ਕਿਰਪਾ ਕਰਿਓ ਮੇਰੇ ਤੇ ਮਾੜਾ ਕਰਮ ਨਾ ਮੇਰੇ ਕੋਲੋਂ ਕੋਈ ਹੋ ਜਾਵੇ। ਤੇ ਸਤਿਗੁਰੂ ਕਹਿਣ ਲੱਗੇ ਪ੍ਰਭ ਆਪੇ ਪੈਜ ਰਖਾਈ। ਫਿਰ ਗੁਰੂ ਪਰਮਾਤਮਾ ਆਪੇ ਹੀ ਇੱਜ਼ਤ ਰੱਖਦਾ, ਇਹ ਮੇਰੀ ਸ਼ਰਨ ਵਿੱਚ ਆ ਗਿਆ ਹੈ। ਸੋ ਇਹਦੇ ਹੁਣ ਸ਼ਰਨ ਆਏ ਦੀ ਸਾਨੂੰ ਲਾਜ ਰੱਖਣੀ ਪਵੇਗੀ। ਸਗਲ ਦਵਾਰ ਕੋ ਛਾੜ ਕੇ ਗਇਓ ਤੁਹਾਰੋ ਦਵਾਰ, ਬਾਹੇ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਇਹ ਸਤਿਗੁਰੂ ਫਿਰ ਬਾਂਹ ਫੜਨ ਦੀ ਇੱਜ਼ਤ ਰੱਖ ਲੈਂਦੇ। ਜਦੋਂ ਅਸੀਂ ਗੁਰੂ ਵਾਲੇ ਬਣ ਜਾਂਦੇ ਨਾ, ਕੇਸ ਰੱਖ ਲੈਂਦੇ, ਅੰਮ੍ਰਿਤ ਛਕ ਲੈਂਦੇ, ਉਦੋਂ ਫਿਰ ਗੁਰੂ ਨੂੰ ਲਾਜ ਆ ਜਾਂਦੀ ਹੈ ਵੀ ਇਹ ਮੇਰਾ ਸਿੱਖ ਬਣ ਗਿਆ ਹੈ। ਸੋ ਇਹਨੇ ਕਕਾਰ ਪਾਲੇ ਨੇ ਧਰਮ ਦੇ ਵੱਲੋਂ, ਗੁਰੂ ਦੇ ਵੱਲੋਂ ਬਖਸ਼ਿਸ਼ ਕੀਤੇ ਹੋਏ। ਇਹ ਕੁਝ ਬਚਨਾਂ ਨੂੰ ਮੰਨਦਾ ਪਿਆ ਜਿਹੜੇ ਅਸੀਂ ਆਖੇ ਨੇ। ਹੁਣ ਇਹਦੀ ਇੱਜ਼ਤ ਪੱਤ ਸਾਡੇ ਹੱਥ ਵਿੱਚ ਹੈ। ਪ੍ਰਮਾਤਮਾ ਫਿਰ ਆਪ ਹੀ ਕਿਰਪਾ ਕਰਕੇ, ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪ ਹੀ ਰਹਿਮਤ ਕਰਕੇ ਆਪਣੇ ਕਕਾਰਾਂ ਦੀ ਮਰਿਆਦਾ ਰੱਖਦਿਆਂ ਹੋਇਆਂ, ਧਰਮ ਦੀ ਮਰਿਆਦਾ ਰੱਖਦਿਆਂ ਹੋਇਆਂ ਆਪਣੇ ਸਿੱਖ ਦੀ ਆਪ ਹੀ ਫਿਰ ਇੱਜ਼ਤ ਰੱਖਦੇ ਹਨ। ਮੇਰਾ ਮਾਤ ਪਿਤਾ ਹਰ ਰਾਇਆ। ਫਰਮਾਉਂਦੇ ਜੋ ਹਰੀ ਰਾਇਆ ਪਰਮਾਤਮਾ ਹੈ, ਉਹ ਭਾਈ ਸਾਡਾ ਮਾਤਾ ਤੇ ਪਿਤਾ ਹੈ। ਸੋ ਮਾਂ ਤੇ ਬਾਪ ਦਾ ਇਕੱਠਾ ਹੀ ਪਿਆਰ ਸਾਨੂੰ ਪਰਮਾਤਮਾ ਕੋਲੋਂ ਮਿਲਦਾ ਪਿਆ। ਸੋ ਕੁਝ ਗੱਲਾਂ ਹੁੰਦੀਆਂ ਜਿਹੜਾ ਬੱਚਾ ਆਪਣੀ ਮਾਂ ਨੂੰ ਦੱਸ ਸਕਦਾ ਹੈ, ਕੁਝ ਬਚਨ ਜਿਹੜੇ ਬਾਪ ਨੂੰ ਦੱਸ ਸਕਦਾ ਹੈ, ਅਤੇ ਕਈ ਵਾਰੀ ਕੀ ਹੁੰਦਾ ਹੈ ਕਿ ਬਚਨ ਦੱਸਿਆ ਹੀ ਨਹੀਂ ਜਾਂਦਾ। ਪਰ ਮਹਾਰਾਜ ਕਹਿਣ ਲੱਗੇ ਅਸੀਂ ਤੇ ਪਰਮਾਤਮਾ ਨੂੰ ਆਪਣਾ ਮਾਤਾ ਜਾਣਦੇ, ਲਾਡ ਕਰਨ ਵਾਲਾ, ਅਤੇ ਪਰਮਾਤਮਾ ਨੂੰ ਪਿਤਾ ਜਾਣਦੇ, ਪਾਲਣ ਵਾਲਾ। ਸੋ ਅਸੀਂ ਪਰਮਾਤਮਾ ਨੂੰ ਆਪਣਾ ਮਾਤਾ ਪਿਤਾ ਜਾਣ ਕੇ ਉਹਦੀ ਸ਼ਰਨ ਵਿੱਚ ਆਏ ਹਾਂ। ਕਰ ਕਿਰਪਾ ਪ੍ਰਤਪਾਲਨ ਲਾਗਾ, ਕਰੀ ਤੇਰਾ ਕਰਾਇਆ। ਸਤਿਗੁਰਾਂ ਤੋਂ ਪੁੱਛਿਆ ਮਹਾਰਾਜ ਕਿਉਂ ਸ਼ਰਨ ਵਿੱਚ ਆਏ? ਸਤਿਗੁਰੂ ਕਹਿਣ ਲੱਗੇ ਉਹ ਪਰਮਾਤਮਾ ਕਿਰਪਾ ਕਰਕੇ ਸਾਨੂੰ ਪਾਲਣ ਵਿੱਚ ਲੱਗਾ ਹੋਇਆ। ਰੱਬ ਨੇ ਸਾਡੇ ਕੋਲੋਂ ਕੀ ਲੈਣਾ ਹੈ, ਪਰ ਫਿਰ ਵੀ ਸਾਨੂੰ ਪਾਲਦਾ ਪਿਆ। ਪਹਿਲਾਂ ਜਨਮ ਦੇਣ ਤੋਂ ਪਹਿਲਾਂ ਉਸਨੇ ਮਾਤਾ ਦੇ ਗਰਭ ਦੇ ਵਿੱਚ ਸਾਨੂੰ ਪਾਲਿਆ, ਸਾਨੂੰ ਉੱਥੇ ਸਰੀਰ ਬਖਸ਼ਿਆ, ਨਾਲੇ ਸਰੀਰ ਬਣਾਇਆ, ਨਾਲੇ ਬਣੇ ਹੋਏ ਸਰੀਰ ਨੂੰ ਪਾਲਿਆ। ਫਿਰ ਦੁਨੀਆ ਵਿੱਚ ਲੈ ਕੇ ਆਇਆ, ਪੀਣ ਵਾਸਤੇ ਦੁੱਧ ਦਾ ਪ੍ਰਬੰਧ ਉਸ ਪਰਮਾਤਮਾ ਨੇ ਕੀਤਾ। ਥੋੜਾ ਜਿਹਾ ਵੱਡਾ ਹੋਇਆ, ਫਿਰ ਅਨਾਜ ਦਾ ਪ੍ਰਬੰਧ ਕੀਤਾ। ਜਿਵੇਂ ਜਿਵੇਂ ਲੋੜਾਂ ਵਧੀਆਂ ਪਰਮਾਤਮਾ ਉਵੇਂ ਉਵੇਂ ਲੋੜਾਂ ਪੂਰੀਆਂ ਕਰਦਾ ਗਿਆ। ਕਰ ਕਿਰਪਾ ਪ੍ਰਤਪਾਲਣ ਲੱਗਾ ਹੋਇਆ ਪਾਲਣ। ਸਾਡੇ ਕੋਲ ਉਹਨੇ ਕੀ ਲੈ ਲੈਣਾ ਹੈ? ਮੰਨ ਲਓ ਜੇ ਨਾ ਵੀ ਪਾਲੇ ਅਸੀਂ ਭੁੱਖ ਨਾਲ ਮਰ ਹੀ ਜਾਈਏ, ਫਿਰ ਅਸੀਂ ਪਰਮਾਤਮਾ ਦਾ ਕੀ ਵਿਗਾੜ ਸਕਦੇ ਜਾਂ ਉਹਦਾ ਕੀ ਘਟ ਜਾਣਾ ਹੈ? ਪਰ ਫਿਰ ਵੀ ਸਾਡੇ 'ਤੇ ਉਹ ਕਿਰਪਾ ਕਰਦਾ ਹੈ। ਮਾਤਾ ਦੇ ਗਰਭ ਵਿੱਚ ਰੱਖਿਆ ਕਰਕੇ ਦੁਨੀਆ ਵਿੱਚ ਵੀ ਰੱਖਿਆ ਕਰਦਾ, ਦੇਣ ਨੂੰ ਪਦਾਰਥ ਦਿੰਦਾ ਹੈ, ਛਕਣ ਵਾਲੇ ਦਿੰਦਾ ਹੈ, ਰਹਿਣ ਵਾਲੇ ਦਿੰਦਾ ਹੈ। ਕਰ ਕਿਰਪਾ ਪ੍ਰਤਪਾਲਣ ਲੱਗਾ, ਕਿਰਪਾ ਕਰਕੇ ਉਹ ਸਾਡੀ ਪਾਲਣਾ ਪੋਸ਼ਣਾ ਵਿੱਚ ਲੱਗਾ ਹੋਇਆ। ਸੋ ਮਾਂ ਬਾਪ ਬੱਚੇ ਨੂੰ ਪਾਲਦੇ ਨੇ, ਉਹਦੇ ਵਿੱਚ ਵੀ ਕਿਤੇ ਨਾ ਕਿਤੇ ਕੋਈ ਨਾ ਕੋਈ ਆ ਜਾਂਦੀ ਹੈ ਵਿਚਾਰ ਵੀ ਅੱਜ ਬੱਚੇ ਨੂੰ ਪੈਰਾਂ ਸਿਰ ਤੇ ਖੜਾ ਕਰਾਂਗੇ ਅਤੇ ਕੱਲ ਨੂੰ ਇਹ ਸਾਡੀ ਮਦਦ ਕਰੇਗਾ।
महाराज जी गुरबाणी विच बख्शिश करते बचन करते कहन लगे माँ अपने पुत्र नूं पालदी है काहदे वास्ते कि वड्डा होए धन खाट दे मुख दे गरासा। ये वड्डा होवेगा कमाई करेगा, जदों मैं बुढ़ी हो जावांगी ये मेरे मूँह दे विच बुरकी आके पावेगा। माँ ने बच्चे नूं जन्म दिता है पर किते ना किते ये लालसा जरूर है भी ये जदों मैं बजुर्ग हो जावांगी ये मेरी संभाल करेगा। पर परमात्मा दे मन में इहो जी कोई लालसा नहीं है भी ये मेरी पालना करेगा मेरा बचाव करेगा, नहीं। वो परमात्मा नूं इन्नी भी लालसा नहीं साडे कोल। जिस माँ ने जन्म दिता उन्होंने फिर भी लालसा है भी ये मैनू पालेगा मैनू सांभेगा मेरे खर्चे पूरे करेगा। पर परमात्मा नूं इन्नी भी लालसा नहीं भी ये मेरा कुछ कर सकता। सतगुरु पातशाह कहन लगे कर किरपा प्रतिपालन लगा, कृपा करके वो परमात्मा सानू पालन विच लगा होया। करी तेरा कराया तेरे कीते हुए कर्मां नूं परमात्मा मैं करदा। जिवें तुसीं डोर दे नाल खिचदे हो, जिवें तुसीं मेरे कोलों कर्म करवाउंदे हो, जिधर नूं तुसीं हुक्म करदे हो उस मुताबक असीं सारे कर्मां नूं करदे हां। जी जंत तेरे धारे अकाल पुरख जी ये जिन्ने भी जी ने निके निके ते जंत जिहड़े वड्डे वड्डे ने ये जिन्ने भी जी जंत ने छोटे शरीरां वाले वड्डे शरीरां वाले ये सारे आप जी दे आसरे ने। धारे कहिए आसरा ये सारे आप जी दे आसरे खलोते हुए ਹਨ। प्रभ डोरी हाथ तुम्हारे जीवां दी रोजी रोटी दी डोर तुहाडे हत्थ विच ही है। भावें कीड़ी है कीड़ा मकौड़ा है पशु पंछी मनुख जो भी दुनिया ते बनया इन्हां सारियां दी परारब्ध रूपी डोर तुहाडे हत्थ विच ही है। किनू सुख देना किनू दुख देना किनू भोजन देना किनू इस तरह प्रसाद देना छकन वास्ते, किन्ने घाह का भोजन खाना किन्ने मांस का भोजन खाना किन्ने दुध का भोजन खाना किन्ने मिट्टी का भोजन खाना। ये सारिਆਂ ਨੂੰ परमात्मा जी आप ही पालते पे। प्रभ डोरी हाथ तुम्हारे सारिਆਂ जीवां की परारब्ध रूपी डोरी जिहड़ी है खाण पीण का प्रबंध करना ये तुसी आप ही अपने हथ विच फड़ी हुई ऐसी आप जी कृपा करते हो। करावा सो करना अकाल पुरख जी जो तुसी कराउंदे हो सो इन्हां जीवां दे पासों ਉਹੀ ਇਹ जीव कर्म करते। सो जिस तरह के कर्मां वाल आप जी प्रेरते हो ना उहो जिहा कर्म आप ही इन्हां जीवां तो करवा लेंदे। बहादुर बचित्र सिंह नूं जदों महाराज जियां ने आख्या भी हाथी दे नाल जंग करना है, कईयां सिखां ने आख्या बचित्र सिंह तू निके जे कद दा एक आदमी है एडे वड्डे हाथी नाल किवें लड़ सकदा है। ते भाई बचित्र सिंह कहन लगे लड़ना तो मैं थोड़ी है लड़ाउणा तो महाराज ने है। मैं तो एक मिट्टी का पुतला सामने उन्होंने खड़ा कर देना जिवें उन्होंने भावेगा उन्होंने आपे ही करवा लेना। मैं तो एक जरिया बन गया बहाना बन गया करना तो मालिक ने आप ही है। ऐसी उन्होंने गुरसिखां की भावना बन जाती है जे करावे सो करना। जो आप जी मेरे को कर्म करवाओगे बख्शिश करके वही कर्म मैं कर सकता हाँ। नानक दास तेरी शरणा कहन लगे मैं ते दास आप जी की शरण में आया, आप जी की शरण में आया करके मेरी रखिया करो जी। मैनू दास जान के शरण में डिग्या होया जान के मेरी रखिया करनी करो। सोरठ महला पंजवा हर नाम हृदय प्रोया। गुरु बख्शिश कर दे हरिहर परमेश्वर दे नाम नू जिन्हां ने प्रोया होया। जिवें आपां धागे दे विच फुल्लां नू प्रोईदा ते हार बन जांदा, धागे दे विच मोतियां नू प्रोईदा ते मोतियां दा हार बन जांदा है। ये महाराज जिहड़े साडे सवास ने ना ये धागा है ते तुहाडा जिहड़ा नाम है ना वाहिगुरु वाहिगुरु ये मोती ने। ये असीं अपने सवासां दी डोरी दे विच तुहाडे नाम दे मोती नूं परोया होया। ये असीं हार बनाया है। जिवें हार बना के गल विच पाईए ते शोभा बन जांदी है। ये साडे हरेक साह दे नाल जिहड़ा वाहिगुरु जपिया ये असीं वाहिगुरु मंत्र रूप मोती इकट्ठे कीते अते सवासां रूपी डोर इकट्ठी करके परमात्मा जी असीं हार बनाउणा कीता है। सब काज हमारा होया जपन करके कोई इहो जिहा गुरमुखो काम है ही नहीं भी जिहड़ा पूरा ना होवे। सो आम दुनिया के काम तो रुक सकते, वड्डे वड्डे राजियां महाराजियां दे चक्रवर्ती बादशाहां दे काम भी रुक जाते सिरे नहीं चढ़ते। पर परमात्मा के भगतां दा इहो जिहा काम कोई नहीं भी जिहड़ा सिरे ना चढ़े। पातशाह कहन लगे सारे कार्य गुरु परमेश्वर ने पूरे कीते हन। प्रभ चरणी मन लगा गुरमुखां दा परमेश्वर के चरणों के उपर मन लगा। परमेश्वर के चरण की ने ये जो परमात्मा का नाम है
ਇਹ ਜੋ ਅਸੀਂ ਸ਼ਬਦ ਪੜ੍ਹਦੇ ਪਏ ਇਹ ਆ ਪਰਮੇਸ਼ਰ ਦੇ ਚਰਨ, ਜਿਨ੍ਹਾਂ ਦਾ ਸ਼ਬਦ ਵਿੱਚ ਮਨ ਲੱਗਾ ਹੋਇਆ, ਜਿਹੜੇ ਮਨ ਲਾ ਕੇ ਸ਼ਬਦ ਨੂੰ ਪੜ੍ਹਦੇ ਹਨ। ਪੂਰਨ ਜਾ ਕੇ ਭਾਗਾ। ਗੁਰਮੁਖਾਂ ਦੇ ਭਾਈ ਪੂਰਨ ਭਾਗ ਨੇ, ਉਹ ਨੇ ਵੱਡਿਆਂ ਭਾਗਾਂ ਵਾਲੇ ਗੁਰਮੁਖ, ਜਿਨ੍ਹਾਂ ਨੇ ਇਸ ਨਾਮ ਨੂੰ ਜਪਿਆ ਹੈ, ਨਾਮ ਨੂੰ ਧਿਆਇਆ ਹੈ, ਉਹ ਪੂਰਨ ਭਾਗਾਂ ਵਾਲੇ ਹਨ। ਮਿਲ ਸਾਧ ਸੰਗ ਹਰ ਧਿਆਇਆ। ਸਾਧ ਸੰਗਤ ਵਿੱਚ ਗੁਰਮੁਖ ਮਿਲੇ ਨੇ, ਸੰਗਤ ਵਿੱਚ ਮਿਲ ਕੇ ਬੈਠ ਕੇ ਇੱਥੇ ਨਾਮ ਨੂੰ ਧਿਆਇਆ ਜਾਂਦਾ। ਸੰਗਤ ਇੱਕ ਜਹਾਜ਼ ਹੈ ਨਾ, ਜਹਾਜ਼ ਵਿੱਚ ਜਿਹੜਾ ਵੀ ਬੈਠੇਗਾ ਉਹ ਮੰਜ਼ਿਲ ਤੇ ਪਹੁੰਚ ਜਾਂਦਾ। ਇੱਥੇ ਜਿਹੜਾ ਵੀ ਆ ਕੇ ਬੈਠੇਗਾ ਨਾ ਸੰਗਤ ਵਿੱਚ, ਉਹਨੂੰ ਜੇ ਨਾਮ ਨਹੀਂ ਜਪਣਾ ਆਉਂਦਾ ਤੇ ਸੰਗਤ ਵਿੱਚ ਬੈਠ ਕੇ ਜੋ ਸੰਗਤ ਜਪਦੀ ਪਈ ਉਹ ਜਪ ਲਵੇਗਾ। ਸੋ ਸੰਗਤ ਵਿੱਚ ਬੈਠ ਕੇ ਜਿਹੜੇ ਸਾਰੇ ਕਥਾ ਸੁਣਦੇ ਪਏ ਕਥਾ ਸੁਣ ਲਵੇਗਾ, ਸੰਗਤ ਵਿੱਚ ਬੈਠ ਕੇ ਸਾਰੇ ਬਾਣੀ ਸੁਣਦੇ ਪਏ ਉਹ ਵੀ ਬਾਣੀ ਸੁਣ ਲਵੇਗਾ। ਪਾਤਸ਼ਾਹ ਕਹਿਣ ਲੱਗੇ ਸਾਧ ਸੰਗਤ ਵਿੱਚ ਆ ਕੇ ਪਰਮੇਸ਼ਰ ਦੇ ਨਾਮ ਨੂੰ ਸੋ ਸਰਬ ਸਾਂਝਾ ਧਿਆਇਆ ਜਾਂਦਾ ਹੈ, ਤਾਂ ਕਿ ਉਹ ਗੁਰਮੁਖ ਦਾ ਭਲਾ ਹੋ ਜਾਵੇ। ਆਠ ਪਹਿਰ ਆਰਾਧਿਓ ਹਰ ਹਰ, ਮਨ ਚਿੰਦਿਆ ਫਲ ਪਾਇਆ। ਅੱਠੇ ਪੈਰ ਪਰਮਾਤਮਾ ਦੇ ਨਾਮ ਨੂੰ ਜਪਿਆ। 8 ਪੈਰ 24 ਘੰਟੇ ਅੱਜ ਦੇ ਆਪਾਂ ਕਹਿ ਲਈਏ, ਜਿਨ੍ਹਾਂ ਨੇ 24 ਘੰਟੇ ਸਵਾਸ ਜਪਿਆ। ਪਾਤਸ਼ਾਹ ਕਹਿਣ ਲੱਗੇ ਭਾਈ ਉਹਨਾਂ ਨੇ ਮਨ ਇੱਛਤ ਫਲ ਪ੍ਰਾਪਤ ਕਰ ਲਿਆ, ਐਸੀ ਦਾਤ ਮਿਲਦੀ ਹੈ। ਰਹਾਓ ਪਰਾ ਪੂਰਬਲਾ ਅੰਕੁਰ ਜਾਗਿਆ। ਸਤਿਗੁਰੂ ਬਖਸ਼ਿਸ਼ ਕਰਦੇ ਪਿਛਲੇ ਕੀਤੇ ਹੋਏ ਕਰਮਾਂ ਦਾ, ਕੋਈ ਚੰਗਾ ਕਰਮ ਕੀਤਾ, ਉਹ ਕਰਮਾਂ ਦਾ ਜਦੋਂ ਫਲ ਪ੍ਰਾਪਤ ਹੁੰਦਾ, ਪਿਛਲੇ ਕੀਤੇ ਹੋਏ ਕਰਮਾਂ ਦਾ ਜਦੋਂ ਅੰਗੂਰ ਫੁੱਟਦਾ ਹੈ, ਅਸੀਂ ਬੀਜ ਪਾਉਂਦੇ ਨਾ ਧਰਤੀ ਦੇ ਵਿੱਚ, ਤੇ ਫਿਰ ਧਰਤੀ ਦੀ ਗਰਮੈਸ਼ ਦੇ ਨਾਲ, ਹੀਟ ਦੇ ਨਾਲ ਉਹ ਬੀਜ ਪੁੰਗਰ ਪੈਂਦਾ, ਉਹਦਾ ਪੌਦਾ ਬਣ ਜਾਂਦਾ, ਉਹਨੂੰ ਫਲ ਫੁੱਲ ਤੇ ਕਈ ਕੁਝ ਪ੍ਰਾਪਤ ਹੋ ਜਾਂਦਾ ਹੈ। ਇਹ ਕੋਈ ਪਿੱਛੇ ਅਸੀਂ ਜਨਮ ਦੇ ਵਿੱਚ ਕੋਈ ਚੰਗਾ ਕਰਮ ਕੀਤਾ, ਜਦੋਂ ਉਹ ਕਰਮ ਪੁੰਗਰਿਆ ਸਾਨੂੰ ਫਲ ਦੇਣ ਵਾਸਤੇ, ਉਹ ਜਦੋਂ ਕਰਮ ਅੱਗੇ ਆਇਆ ਹੈ। ਰਾਮ ਨਾਮ ਲੱਗਿਆ। ਸਾਡਾ ਰਾਮ ਦੇ ਨਾਮ ਦੇ ਵਿੱਚ ਭਾਈ ਮਨ ਲੱਗ ਗਿਆ, ਮਨ ਜੁੜਿਆ ਹੈ। ਮਨ ਤਨ ਹਰ ਦਰਸ ਸਮਾਵਾ। ਮਨ ਕਰਕੇ ਤਨ ਕਰਕੇ ਉਸ ਦੇ ਨਾਮ ਨੂੰ ਜਪਦੇ ਹਨ। ਨਾਨਕ ਦਾਸ ਸੱਚੇ ਗੁਣ ਗਾਵਾ। ਅਰਜਨ ਦੇ ਪਾਤਸ਼ਾਹ ਕਹਿਣ ਲੱਗੇ ਜਿਨ੍ਹਾਂ ਨੇ ਮਨ ਕਰਕੇ ਤਨ ਕਰਕੇ ਸੱਚੇ ਅਕਾਲ ਪੁਰਖ ਦੇ ਗੁਣ ਗਾਏ ਨੇ, ਉਹ ਉਸ ਦੇ ਦਰਸ ਵਿੱਚ ਸਮਾ ਜਾਂਦੇ, ਉਹਦਾ ਹੀ ਰੂਪ ਹੋ ਜਾਂਦੇ, ਉਹਦੇ ਵਿੱਚ ਨਿਵਲੀਨ ਹੋ ਜਾਂਦੇ। ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਿਛ ਨਾਹੇ। ਸੋ ਜਲ ਤੇ ਉਪਜਿਤ ਰੰਗ ਜੋ ਜਲ ਹੀ ਬਿਖੈ ਸਮਾਏ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਇਸ ਤਰ੍ਹਾਂ ਗੁਰਮੁਖੋ ਦੇ ਵਿੱਚ ਮਿਲ ਜਾਂਦੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ, ਬਚਨ ਗੁਰੂ ਉਪਦੇਸ਼ ਜਾਣ ਕੇ ਹਿਰਦੇ ਵਿੱਚ ਵਸ ਜਾਵੇ। ਭੁੱਲਾਂ ਦਾਸ ਦੀਆਂ ਮਾਫ ਕਰਨੀਆਂ, ਦਿਓ ਸੱਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮਿਲੋ। ਪਰਾ ਪੂਰਬਲਾ ਅੰਕੁਰ ਜਾਗਿਆ, ਰਾਮ ਨਾਮ ਮਨ ਲੱਗਿਆ। ਮਨ ਤਨ ਹਰ ਦਰਸ ਸਮਾਵੈ, ਨਾਨਕ ਦਾਸ ਸੱਚੇ ਗੁਣ ਗਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।